इस हुक्म द्वारा पातशाह जी की समझा रहे ने। आओ प्यार दे नाल समझण दा यतन करिए जी। तृप्त भई सच भोजन खाया, ਸੁਅਜ ਦਾ ਪਾਵਨ ਪਵਿੱਤਰ ਫਰਮਾਨ। ਪਾਤਸ਼ਾਹ ਜੀ ਕਹਿ ਰਹੇ ਹਨ, ਐ ਬੰਦੇ ਤੈਨੂੰ ਰੱਜ ਤਾਂ ਆਵੇਗਾ, ਤੂੰ ਜੀਵਨ ਦੇ ਵਿੱਚ ਤਾਂ ਰੱਜੇਗਾ, ਕਿਉਂਕਿ ਗੁਰਮੁਖੋ ਬੰਦਾ ਸੰਸਾਰਿਕ ਦੁਨਿਆਵੀ ਭੋਜਨ ਖਾਂਦਾ ਹੈ। ਸਰੀਰ ਨੂੰ ਚਲਾਉਣ ਵਾਸਤੇ ਭੋਜਨ ਦੀ ਜ਼ਰੂਰਤ ਹੈ। ਪਾਤਸ਼ਾਹ ਜੀ ਕਹਿ ਰਹੇ ਹਨ, ਬੰਦਾ ਦੁਨਿਆਵੀ ਭੋਜਨ ਖਾਂਦਾ ਹੈ, ਉਸ ਭੋਜਨ ਦੇ ਨਾਲ ਇਸ ਨੂੰ એનર્ਜੀ ਮਿਲਦੀ ਹੈ ਤੇ ਗੁਰਮੁਖੋ ਉਹ ਭੋਜਨ ਇਸ ਨੂੰ ਖੂਨ ਬਣਾਉਂਦਾ ਹੈ, ਇਸ ਨੂੰ ਕੈਲਸ਼ੀਅਮ, ਆਇਰਨ, ਜ਼ਿੰਕ ਸਭ ਕੁਝ ਦਿੰਦਾ ਹੈ। ਪਰ ਪਾਤਸ਼ਾਹ ਜੀ ਨੇ ਬਾਣੀ ਅੰਦਰ ਸਮਝਾਉਣਾ ਕੀਤਾ, ਐ ਬੰਦੇ ਜਿਸ ਤਰ੍ਹਾਂ ਤੈਨੂੰ ਸਰੀਰ ਨੂੰ ਚਲਾਉਣ ਵਾਸਤੇ ਸੰਸਾਰਿਕ ਭੋਜਨ ਦੀ ਜ਼ਰੂਰਤ ਹੈ, ਆਤਮਾ ਜ਼ਮੀਰ ਨੂੰ ਅੰਦਰ ਨੂੰ ਜਿਉਂਦਾ ਰੱਖਣ ਵਾਸਤੇ ਤੈਨੂੰ ਰੱਬ ਜੀ ਦੀ ਬੰਦਗੀ ਦੀ ਜ਼ਰੂਰਤ ਹੈ। ਰੱਬ ਜੀ ਦੀ ਬੰਦਗੀ ਤੋਂ ਬਿਨਾ ਸੰਸਾਰ ਤੇ ਆਉਣਾ ਨਾ ਆਉਣ ਦੇ ਬਰਾਬਰ ਹੈ। ਇਸ ਲਈ ਸਤਿਗੁਰਾਂ ਨੇ ਸਾਡੀ ਝੋਲੀ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਪਾਈ। ਸਿੱਖਾ ਅੰਮ੍ਰਿਤ ਵੇਲਾ ਸੰਭਾਲੀ, ਅੰਮ੍ਰਿਤ ਵੇਲਾ ਕਦੀ ਨਾ ਭੁਝਾਈ। ਅੰਮ੍ਰਿਤ ਵੇਲੇ ਨੂੰ ਆਪਣੇ ਜੀਵਨ ਦੇ ਵਿੱਚ ਪੱਕੇ ਤੌਰ ਤੇ ਕਰ ਲੈ, ਦ੍ਰਿੜ ਕਰ ਲੈ। ਅੰਮ੍ਰਿਤ ਵੇਲਾ ਸੱਚ ਨਾਉ। ਪਾਤਸ਼ਾਹ ਜੀ ਕਹਿ ਰਹੇ ਹਨ, ਅੰਮ੍ਰਿਤ ਵੇਲਾ ਸੱਚੇ ਦਾ ਨਾਮ ਲੈਣ ਦਾ ਹੈ। ਵਡਿਆਈ ਵਿਚਾਰ, ਵਡਿਆਈ ਵਿਚਾਰਨ ਦਾ ਸਮਾਂ ਹੈ। ਅੰਮ੍ਰਿਤ ਵੇਲੇ ਉੱਠੇਗਾ। ਇੱਕ ਸੱਜਣ ਕਹਿੰਦਾ ਹੈ, ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿਤ, ਇੱਕ ਵਧੇਂਦੀ ਆਰਜੂ, ਦੂਜਾ ਸਾਹਿਬ ਆਵੇ ਚਿੱਤ। ਕਹਿੰਦਾ ਜੇ ਅੰਮ੍ਰਿਤ ਵੇਲੇ ਬੰਦਾ ਉੱਠੇਗਾ, ਅੰਮ੍ਰਿਤ ਵੇਲੇ ਇਸ਼ਨਾਨ ਕਰੇਗਾ, ਗੁਰੂ ਕੇ ਦਰਸ਼ਨ ਕਰੇਗਾ, ਗੁਰੂ ਕੀ ਬਾਣੀ ਪੜ੍ਹੇਗਾ ਜਾਂ ਸ਼ੈਰ ਕਰੇਗਾ ਤੇ ਗੁਰਮੁਖੋ ਇਸ ਦੇ ਸਵਾਸ, ਇਸ ਦੀ ਉਮਰ ਵੀ ਵੱਧ ਜਾਂਦੀ ਹੈ। ਸਰੀਰ ਅਰੋਗ ਰਹਿੰਦਾ ਹੈ, ਸਰੀਰ ਤੰਦਰੁਸਤ ਰਹਿੰਦਾ ਹੈ। ਪਰ ਗੁਰੂ ਕੇ ਚਰਨਾਂ ਵਿੱਚ ਆਵੇ ਤੇ ਪਾਤਸ਼ਾਹ ਜੀ ਕਹਿ ਰਹੇ ਹਨ, ਮਨ ਫੁੱਲ ਵਾਂਗੂ ਖਿੜਿਆ ਰਹਿੰਦਾ ਹੈ, ਮਨ ਅੰਦਰ ਟਿਕਾਊ ਬਣਿਆ ਰਹਿੰਦਾ ਹੈ, ਮਨ ਅੰਦਰ ਸੁੱਖ ਬਣ ਜਾਂਦੇ ਨੇ। ਕਿਉਂਕਿ ਸਤਿਗੁਰਾਂ ਨੇ ਕਹਿ ਦਿੱਤਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰਨ ਆਵੈ। ਗੁਰੂ ਕੀ ਪਾਵਨ ਬਾਣੀ ਦੇ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਾਉਣਾ ਹੈ ਤੇ ਪਾਤਸ਼ਾਹ ਜੀ ਕਹਿ ਰਹੇ ਹਨ, ਅੰਮ੍ਰਿਤ ਸਰੋਵਰ ਦੇ ਵਿੱਚ, ਅੰਮ੍ਰਿਤ ਸਰ ਤੋਂ ਭਾਵ ਸਰੋਵਰ, ਅੰਮ੍ਰਿਤ ਤੋਂ ਭਾਵ ਆਬੇ ਹਯਾਤ ਅਕਾਲ ਪੁਰਖ ਜੀ ਦੀ ਬਖਸ਼ਿਸ਼, ਗੁਰੂ ਕੀ ਬਾਣੀ, ਦਰਗਾਹੀ ਬਾਣੀ। ਤੇ ਪਾਤਸ਼ਾਹ ਜੀ ਕਹਿ ਰਹੇ ਹਨ, ਇਸ ਬਾਣੀ ਦੇ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਾਉਣਾ ਹੈ। ਸਿੱਖਾ ਬਾਣੀ ਵਿੱਚ ਮਨ ਦਾ ਇਸ਼ਨਾਨ ਕਰਾ ਲਿਆ, ਚੇਤਾ ਰੱਖੀ ਜੀਵਨ ਉਧਰ ਜਾਵੇਗਾ। ਸਤਿਗੁਰਾਂ ਨੇ ਹਦਾਇਤ ਕੀਤੀ ਹੈ, ਜੋ ਆਪਣੇ ਆਪ ਨੂੰ ਗੁਰੂ ਕਾ ਸਿੱਖ ਅਖਾਉਂਦਾ ਹੈ, ਜੇ ਗੁਰੂ ਕੇ ਚਰਨਾਂ ਵਿੱਚ ਚੱਲ ਕੇ ਨਹੀਂ ਆਉਂਦਾ, ਗੁਰੂ ਕੀ ਬਾਤ ਨਹੀਂ ਮੰਨਦਾ ਤੇ ਸਿੱਖ ਨਹੀਂ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬੋਲ ਨੇ, ਜਿਨ ਭੈ ਬਾਣੀ ਅਦਬ ਨਾ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਤੇ ਭਾਗਾਂ ਵਾਲਿਓ, ਜਿਸ ਨੇ ਬਾਣੀ ਦਾ ਅਦਬ ਨਹੀਂ ਕੀਤਾ, ਜਿਸ ਨੇ ਆਪਣੇ ਬਾਪ, ਆਪਣੇ ਗੁਰੂ, ਆਪਣੇ ਇਸ਼ਟ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਨਹੀਂ ਸੁਣੀ, ਤੇ ਸਾਹਿਬ ਜੀ ਕਹਿ ਰਹੇ ਹਨ, ਜਾਨੋ ਸੋ ਸਿੱਖ ਨਹੀਂ ਹਮਾਰਾ, ਸਿੱਖੋ ਜਾਣ ਲੋ, ਉਹ ਸਾਡਾ ਸਿੱਖ ਨਹੀਂ ਹੋ ਸਕਦਾ ਜਿਸ ਨੇ ਗੁਰੂ ਕੇ ਚਰਨਾਂ ਵਿੱਚ ਆ ਕੇ, ਗੁਰੂ ਕੀ ਗੋਦ ਵਿੱਚ ਆ ਕੇ ਬੈਠਾ ਨਹੀਂ ਤੇ ਅੰਮ੍ਰਿਤ ਵੇਲਾ ਸੰਭਾਲਿਆ ਨਹੀਂ। ਇਸ ਲਈ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦੇ ਵਿੱਚ ਅੰਮ੍ਰਿਤ ਵੇਲੇ ਦੀ ਬਾਤ ਵੱਡੇ ਥਾਵਾਂ ਤੇ ਸਾਨੂੰ ਸਮਝਾਉਣੀ ਕੀਤੀ। ਸਤਿਗੁਰੂ ਜੀ ਦੀ ਸਾਰੀ ਬਾਣੀ ਸਾਡੇ ਜੀਵਨ ਨੂੰ ਸਵਾਰ ਰਹੀ ਹੈ, ਸ਼ਿੰਗਾਰ ਰਹੀ ਹੈ, ਸਾਡੇ ਜੀਵਨ ਨੂੰ ਸੋਹਣਾ ਬਣਾ ਰਹੀ ਹੈ, ਮਨ ਨੂੰ ਤੰਦਰੁਸਤ ਬਣਾ ਰਹੀ ਹੈ, ਮਨ ਨੂੰ ਬਲਵਾਨ ਬਣਾ ਰਹੀ ਹੈ, ਮਨ ਅੰਦਰ ਬਾਣੀ ਦ੍ਰਿੜਤਾ ਲਿਆ ਰਹੀ ਹੈ, ਮਨ ਅੰਦਰ ਬਾਣੀ ਗਿਆਨ ਲਿਆ ਰਹੀ ਹੈ, ਮਨ ਅੰਦਰ ਬਾਣੀ ਗੁਰਮੁਖੋ ਸਾਨੂੰ ਰੱਬ ਜੀ ਦੇ ਨਾਲ ਜੋੜ ਰਹੀ ਹੈ।
ਪਰ ਅਸੀਂ ਗੁਰੂ ਕੀ ਸੁਣਨ ਨੂੰ ਤਿਆਰ ਨਹੀਂ, ਅਸੀਂ ਗੁਰੂ ਕੀ ਮੰਨਣ ਨੂੰ ਤਿਆਰ ਨਹੀਂ। ਅਸੀਂ ਤੇ ਗੁਰਮੁਖੋ ਇਤਨੇ ਢੀਠ ਹੋ ਗਏ 10-10 ਵਜੇ ਤੱਕ ਉੱਠਣਾ ਨਹੀਂ, ਕਿਉਂਕਿ ਜਿਸ ਨੇ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ ਪੁਰਾਣਾ ਸਮਾਂ ਸੀ। ਦਿਨ ਚੜ੍ਹਦੇ ਤੇ ਗੁਰਮੁਖੋ ਬਜ਼ੁਰਗ ਹਲ ਵਾਹ ਕੇ ਵਾਪਸ ਆ ਜਾਂਦੇ ਸਨ। ਦਿਨ ਚੜ੍ਹਦੇ ਨੂੰ ਆਪਣੇ ਬੜੇ ਕੰਮ ਸਮੇਟ ਲੈਂਦੇ ਸਨ। ਬੀਬੀਆਂ ਪੁਰਾਣੇ ਸਮੇਂ ਦੇ ਵਿੱਚ ਅੰਮ੍ਰਿਤ ਵੇਲੇ ਸੰਧਿਆ ਉੱਠਦੀਆਂ, ਪਸ਼ੂਆਂ ਨੂੰ ਸੰਭਾਲਣਾ, ਪਸ਼ੂਆਂ ਦੀਆਂ ਧਾਰਾਂ ਕੱਢਣੀਆਂ, ਹੋਰ ਛੋਟੇ ਮੋਟੇ ਕੰਮ ਕਰਨੇ ਨੇ ਤੇ ਅੰਮ੍ਰਿਤ ਵੇਲਾ ਕਦੀ ਨਹੀਂ ਖੰਝਾਇਆ, ਕਿਉਂਕਿ ਗੁਰਸਿੱਖਾਂ ਦੇ ਘਰ ਦੇ ਵਿੱਚ ਇਹ ਰੀਤ ਸੀ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਪਾਣੀ ਕਰਨਾ, ਇਸ਼ਨਾਨ ਕਰਕੇ ਸਭ ਤੋਂ ਪਹਿਲੋਂ ਗੁਰੂ ਕੀ ਬਾਣੀ ਪੜ੍ਹਨੀ, ਗੁਰੂ ਕੀ ਬਾਣੀ ਪੜ੍ਹ ਸੁਣ ਵਿਚਾਰ ਸਮਝ ਕੇ ਉਸ ਤੋਂ ਬਾਅਦ ਆਪਣੇ ਘਰ ਦੇ ਕੰਮਾਂ ਦੇ ਵੱਲ ਪਰਤਣਾ। ਗੁਰਮੁਖੋ ਗੁਰੂ ਅਮਰਦਾਸ ਪਾਤਸ਼ਾਹ ਜੀ ਤੇ ਬਾਬਾ ਅਮਰੂ ਜੀ ਤੇ ਬਖਸ਼ਿਸ਼ ਕਿਵੇਂ ਹੋਈ ਅੰਮ੍ਰਿਤ ਵੇਲੇ, ਗੁਰੂ ਭਾਈ ਲਹਿਣਾ ਜੀ ਤੇ ਬਖਸ਼ਿਸ਼ ਕਿਵੇਂ ਹੋਈ ਅੰਮ੍ਰਿਤ ਵੇਲੇ, ਕਿਉਂਕਿ ਅੰਮ੍ਰਿਤ ਵੇਲੇ ਭਾਈ ਜੋਤ ਦੀ ਮਿੱਠੀ ਆਵਾਜ਼ ਵਿੱਚੋਂ ਭਾਈ ਲਹਿਣਾ ਜੀ ਆਪਣੀ ਭੂਆ ਦੇ ਕੋਲ ਗਏ ਸਨ ਤੇ ਗੁਰਮੁਖੋ ਜਦ ਭੂਆ ਦੇ ਕੋਲ ਗਏ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਭਾਈ ਜੋਤ ਦੀ ਮਿੱਠੀ ਆਵਾਜ਼ ਵਿੱਚੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਜਪਜੀ ਸਾਹਿਬ ਸੁਣਿਆ। ਮਨ ਨੂੰ ਉਹਨਾਂ ਬੋਲਾਂ ਨੇ ਕੀਲ ਲਿਆ, ਗੁਰੂ ਪ੍ਰਤੀ ਤੰਗ ਜਾਗੀ। ਫਿਰ ਸਮਾਂ ਬਣਿਆ, ਸਤਿਗੁਰਾਂ ਦੇ ਚਰਨਾਂ ਵਿੱਚ ਗਏ, ਗੁਰੂ ਨੂੰ ਆਪਾ ਸਮਰਪਣ ਕਰ ਦਿੱਤਾ। ਇਤਨੀ ਢਹਿ ਕੇ ਭਾਵਨਾ ਦੇ ਨਾਲ ਸੇਵਾ ਕੀਤੀ। ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਬਣ ਗਏ। ਤੇ ਗੁਰਮੁਖੋ ਅੰਗਦ ਦਾ ਮਤਲਬ ਹੈ, ਅੰਗਦ ਦਾ ਭਾਵ ਹੈ ਜੋ ਅੰਗ ਚੋਂ ਪੈਦਾ ਹੋਇਆ ਹੋਵੇ। ਸਤਿਗੁਰਾਂ ਨੇ ਆਪਣੇ ਮਨ ਵਿੱਚੋਂ ਗੁਰਮੁਖੋ ਉਹ ਜੋਤ ਗੁਰੂ ਅੰਗਦ ਦੇ ਪਾਤਸ਼ਾਹ ਵਿੱਚ ਟਿਕਾ ਦਿੱਤੀ ਤੇ ਪਾਤਸ਼ਾਹ ਜੀ ਕਹਿ ਰਹੇ ਹਨ, ਹੁਣ ਤੇਰਾ ਜਨਮ ਮੇਰੇ ਵਿੱਚੋਂ ਹੋਇਆ ਹੈ, ਤੂੰ ਮੇਰਾ ਰੂਪ ਹੈ। ਉਸ ਤੋਂ ਬਾਅਦ ਅਗਲੀ ਜੋ ਵਾਰਤਾ ਹੈ, ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਪੁੱਤਰੀ ਬੀਬੀ ਅਮਰੋ ਅੰਮ੍ਰਿਤ ਵੇਲੇ ਬਾਣੀ ਪੜ੍ਹ ਰਹੀ ਹੈ। ਉੱਚੀ ਉੱਚੀ ਗੁਰਮੁਖੋ ਹਰ ਰੋਜ਼ ਸਤਿਗੁਰਾਂ ਦੀ ਬਾਣੀ ਪੜ੍ਹਦੀ ਹੈ। ਜਿਹੜਾ ਵੀ ਕੰਮ ਕਰਦੀ ਹੈ ਹਰ ਵਕਤ ਮੁਖ ਦੇ ਵਿੱਚ ਸਿਮਰਨ ਰਹਿੰਦਾ ਹੈ ਤੇ ਗੁਰਮੁਖੋ ਜੋ ਵੀ ਕੰਮ ਕਰਦੀ ਹੈ, ਕਿਉਂਕਿ ਬੀਬੀ ਅਮਰੋ ਬਾਬਾ ਅਮਰੂ ਜੀ ਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਭਤੀਜੇ ਭਾਈ ਜੱਸੂ ਨੂੰ ਵਿਆਹੀ ਹੈ। ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਬੀਬੀ ਅਮਰੋ ਜੀ ਦੇ ਉਹ ਬੋਲ ਸੁਣੇ। ਅੰਮ੍ਰਿਤ ਵੇਲੇ ਗੁਰਮੁਖੋ ਜਦ ਬੋਲ ਸੁਣੇ ਤੇ ਮਨ ਨੂੰ ਉਹਨਾਂ ਬੋਲਾਂ ਨੇ ਕੀਲ ਲਿਆ। ਉਸ ਤੋਂ ਇੱਕ ਦਿਨ ਪਹਿਲਾਂ ਹੀ ਬਾਬਾ ਅਮਰੂ ਜੀ ਵੈਸ਼ਨੂ ਸਾਧ ਦੇ ਕੋਲੋਂ ਆਏ ਸਨ, ਜੋ ਗੰਗਾ ਇਸ਼ਨਾਨ ਕਰਨ ਗਏ ਸਨ। ਵੈਸ਼ਨੂ ਸਾਧ ਕਹਿਣ ਲੱਗਾ, ਤੇਰੇ ਨਗੁਰੇ ਦੇ ਹੱਥ ਦਾ ਖਾ ਲਿਆ, ਕਿਉਂਕਿ ਇਹਨਾਂ ਨੇ ਭੋਜਨ ਤਿਆਰ ਕੀਤਾ। ਇੱਕ ਵੈਸ਼ਨੂ ਸਾਧ ਨੂੰ ਸਿਖਾਇਆ, ਇਹਨਾਂ ਦੇ ਕੋਲ ਬੜੇ ਭਾਵਨਾ ਦੇ ਨਾਲ ਪਿਆਰ ਦੇ ਨਾਲ ਭੋਜਨ ਉਹਨਾਂ ਨੂੰ ਛਕਾਇਆ। ਜਦ ਭੋਜਨ ਉਸ ਸਾਧ ਨੇ ਛਕਿਆ ਤੇ ਗੁਰਮੁਖੋ ਸਾਧ ਕਹਿਣ ਲੱਗਾ, ਤੁਹਾਡਾ ਗੁਰੂ ਕੌਣ ਹੈ? ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ, ਹਾਲੇ ਵੇਖੋ ਗੁਰੂ ਦੇ ਚਰਨਾਂ ਦੇ ਵਿੱਚ ਨਹੀਂ ਆਏ, ਹਾਲੇ ਗੁਰੂ ਵਾਲੀ ਬਿਰਤੀ ਨਹੀਂ, ਹਾਲੇ ਭਾਲ ਹੈ, ਹਾਲੇ ਖੋਜ ਹੈ। ਬਾਬਾ ਅਮਰੂ ਜੀ ਕਹਿਣ ਲੱਗੇ, ਹਾਲੇ ਮੈਨੂੰ ਸੱਚੇ ਦੀ ਖੋਜ ਹੈ, ਹਾਲੇ ਕੋਈ ਮਿਲਿਆ ਨਹੀਂ। ਤੇ ਗੁਰਮੁਖੋ ਉਹ ਵੈਸ਼ਨੂ ਸਾਧ ਕਹਿਣ ਲੱਗਾ, ਨਗੁਰੇ ਕੇ ਹੱਥ ਖਾ ਖਾਇਆ, ਜੀਵਨ ਭ੍ਰਸ਼ਟ ਹੋ ਗਿਆ। ਉਸ ਦੇ ਇਹ ਬੋਲ ਸਨ, ਉਸਨੇ ਇਸ ਤਰ੍ਹਾਂ ਇਹ ਬੋਲ ਬੋਲੇ। ਇਸੇ ਤਰ੍ਹਾਂ ਗੁਰਮੁਖੋ ਕਈ ਪੁਸਤਕਾਂ ਦੇ ਵਿੱਚ ਇਹਨਾਂ ਬੋਲਾਂ ਨੂੰ ਅੰਕਿਤ ਕੀਤਾ ਤੇ ਗੁਰੂ ਪਾਤਸ਼ਾਹ ਸਤਿਗੁਰਾਂ ਦੀ ਬਾਣੀ ਕਹਿ ਰਹੀ ਹੈ। ਇਸ ਤਰ੍ਹਾਂ ਉਸਨੇ ਕਿਹਾ ਤੇ ਗੁਰਮੁਖੋ ਇਹ ਬੋਲ ਬਾਬਾ ਅਮਰੂ ਜੀ ਦੇ ਮਨ ਤੇ ਲੱਗ ਗਏ। ਬਾਬਾ ਅਮਰੂ ਜੀ ਲਗਭਗ 70-72 ਸਾਲ ਦੀ ਉਸ ਵਕਤ ਉਮਰਾ ਹੋ ਗਈ। 80-82 ਸਾਲ ਦੀ ਉਮਰਾਂ ਦੇ ਵਿੱਚ ਗੁਰਮੁਖੋ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ। ਉਸ ਵਕਤ 70-72 ਸਾਲ ਦੀ ਉਮਰ ਹੈ। ਮਨ ਦੇ ਵਿੱਚ, ਆਪਣੇ ਮਨ ਦੇ ਵਿੱਚ ਇਹ ਵਲਵਲਾ ਲੈ ਕੇ ਤੁਰੇ ਨੇ, ਹਾਲੇ ਤੱਕ ਮਿਲਿਆ ਨਹੀਂ, ਹਾਲੇ ਤੱਕ ਅਕਾਲ ਪੁਰਖ ਜੀ ਦੇ ਨਾਲ ਮੇਲ ਨਹੀਂ ਹੋਏ, ਹਾਲੇ ਤੱਕ ਮਨ ਨੂੰ ਸੰਤੁਸ਼ਟੀ ਨਹੀਂ ਮਿਲੀ। ਜੀਵਨ ਤੇ ਖਤਮ ਹੋਣ ਦੀ ਤਦਾਰ ਤੇ ਹੈ, ਪਰ ਰੱਬ ਕਦੋਂ ਮਿਲੇਗਾ? ਇਹ ਸੋਚਾਂ ਸੋਚਦੇ ਸਾਰੀ ਰਾਤ ਉਹਨਾਂ ਨੂੰ ਨੀਂਦ ਨਹੀਂ ਆਈ। ਅੰਮ੍ਰਿਤ ਵੇਲਾ ਹੋਇਆ। ਅੰਮ੍ਰਿਤ ਵੇਲੇ ਬਾਬਾ ਅਮਰੂ ਜੀ ਵੀ ਉੱਠੇ। ਅੰਮ੍ਰਿਤ ਵੇਲੇ ਬੀਬੀ ਅਮਰੋ ਜੀ ਉੱਠੀ। ਅੰਮ੍ਰਿਤ ਵੇਲੇ ਉੱਠ ਕੇ ਗੁਰਮੁਖੋ ਇਸ਼ਨਾਨ ਪਾਨ ਕਰਕੇ
ਅੰਮ੍ਰਿਤ ਵੇਲੇ ਜੋ ਗੁਰੂ ਕੀ ਅੰਮ੍ਰਿਤ ਬਾਣੀ ਪੜ ਰਹੀ ਹੈ, ਨਾਲ ਨਾਲ ਦੁੱਧ ਰਿੜਕ ਰਹੀ ਹੈ ਤੇ ਉੱਚੀ ਉੱਚੀ ਗੁਰੂ ਕੀ ਅੰਮ੍ਰਿਤ ਬਾਣੀ ਗਾ ਰਹੀ ਹੈ। ਸਤਿਗੁਰਾਂ ਦੀ ਅੰਮ੍ਰਿਤ ਬਾਣੀ ਨੇ ਮਨ ਨੂੰ ਇਤਨਾ ਟੁੰਬਿਆ, ਗੁਰਮੁਖੋ ਆਪਣੀ ਨੂੰਹ ਨੂੰ ਜਾ ਕੇ ਪੁੱਛਣਾ ਕੀਤਾ, ਧੀ ਰਾਣੀ ਧੀਏ ਤੂੰ ਕੀ ਪੜ ਰਹੀ ਹੈ? ਮਨ ਅੰਦਰ ਬੜੀ ਸੰਤੁਸ਼ਟੀ ਮਿਲੀ, ਮਨ ਨੂੰ ਬੜਾ ਸਕੂਨ ਮਿਲਿਆ। ਤੇ ਗੁਰਮੁਖੋ ਬੀਬੀ ਅਮਰੋ ਜੀ ਕਹਿਣ ਲੱਗੇ, ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਬੋਲ ਨੇ। ਬਾਬਾ ਅਮਰੂ ਜੀ ਕਹਿਣ ਲੱਗੇ, ਮੈਨੂੰ ਲੈ ਚੱਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ, ਮੇਰੇ ਦਿਲ ਕਰਦਾ ਹੈ ਮੈਂ ਜਾ ਕੇ ਉਹਨਾਂ ਨੂੰ ਮਿਲਾਂ। ਤੇ ਬੀਬੀ ਅਮਰੋ ਜੀ ਕਹਿਣ ਲੱਗੇ, ਹੁਣ ਗੁਰੂ ਅੰਗਦ ਦੇ ਪਾਤਸ਼ਾਹ ਜੀ, ਮੇਰੇ ਪਿਤਾ ਜੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਉਸ ਗੁਰਤਾ ਗੱਦੀ ਤੇ ਬਿਰਾਜਮਾਨ ਹਨ। ਬਾਬਾ ਅਮਰੂ ਜੀ ਕਹਿਣ ਲੱਗੇ, ਧੀਏ ਪਹਿਲਾਂ ਮਿਲਿਆ ਜ਼ਰੂਰ ਹੈ, ਪਹਿਲਾਂ ਰਿਸ਼ਤੇਦਾਰੀ ਤੇ ਕੁੜਮਾਚਾਰੀ ਦੇ ਤੌਰ ਤੇ ਮਿਲਿਆ ਹਾਂ, ਪਰ ਅੱਜ ਮੈਂ ਉਹਨਾਂ ਦਾ ਸੇਵਕ ਬਣ ਕੇ ਜਾਵਾਂਗਾ, ਅੱਜ ਮੈਂ ਉਹਨਾਂ ਦਾ ਸਿੱਖ ਬਣ ਕੇ ਜਾਵਾਂਗਾ। ਗੁਰਮੁਖੋ ਸਿੱਖ ਬਣ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬਾਬਾ ਅਮਰੂ ਜੀ ਗਏ, ਸਤਿਗੁਰਾਂ ਦੇ ਚਰਨਾਂ ਤੇ ਢਹਿ ਪਏ, ਇਤਨੀ ਭਿੱਜ ਕੇ ਸੇਵਾ ਕੀਤੀ। ਆਉਣ ਵਾਲੇ ਸਮੇਂ ਦੇ ਵਿੱਚ ਲਗਭਗ ਉਸ ਵਕਤ 82 ਸਾਲ ਦੀ ਉਮਰ ਹੈ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ। 10 ਤੋਂ 12 ਸਾਲ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ। ਬਾਬਾ ਅਮਰੂ ਜੀ ਨੇ ਗਾਗਰ ਦੀ ਸੇਵਾ ਕੀਤੀ, ਇਸ਼ਨਾਨ ਸਤਿਗੁਰਾਂ ਨੂੰ ਹਰ ਰੋਜ਼ ਕਰਾਉਂਦੇ ਨੇ। ਵੇਖੋ ਇਤਨੀ ਵੱਡੀ ਉਮਰਾਂ ਦੇ ਵਿੱਚ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਢਹਿ ਕੇ ਸੇਵਾ ਕਰ ਰਹੇ ਨੇ। ਇੱਕ ਮਿੰਟ ਵੀ ਗੁਰਮੁਖੋ ਟਿਕ ਕੇ ਨਹੀਂ ਬਹਿੰਦੇ, ਹਰ ਵਕਤ ਕਦੇ ਸੰਗਤਾਂ ਦੇ ਜੋੜਿਆਂ ਦੀ ਸੇਵਾ, ਕਦੇ ਸੰਗਤਾਂ ਨੂੰ ਪੱਖਾ ਝੱਲਣ ਦੀ ਸੇਵਾ, ਕਦੇ ਸੰਗਤਾਂ ਵਾਸਤੇ ਝਾੜੂ ਦੀ, ਕਦੇ ਸੰਗਤਾਂ ਵਾਸਤੇ ਗੁਰਮੁਖੋ ਜਲ ਦੀ ਸੇਵਾ, ਲੰਗਰ ਵਾਸਤੇ ਲੱਕੜਾਂ ਦੀ ਸੇਵਾ, ਹਰ ਇੱਕ ਸੇਵਾ ਦੇ ਵਿੱਚ ਆਪਣਾ ਯੋਗਦਾਨ ਨਿਭਾਉਂਦੇ ਨੇ। ਪਰ ਪੱਕੇ ਤੌਰ ਤੇ ਇਹ ਸ਼ਡਿਊਲ ਬਣਾ ਲਿਆ, ਪੱਕੇ ਤੌਰ ਤੇ ਹਰ ਰੋਜ਼ ਗੁਰੂ ਅਮਰਦਾਸ ਪਾਤਸ਼ਾਹ ਜੀ, ਬਾਬਾ ਅਮਰੂ ਜੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਵਾਸਤੇ ਗੁਰਮੁਖੋ ਗਾਗਰ ਭਰ ਕੇ ਲਿਆਉਂਦੇ ਨੇ, ਸਤਿਗੁਰਾਂ ਦਾ ਇਸ਼ਨਾਨ ਆਪ ਕਰਾਉਂਦੇ ਨੇ। ਵੇਖੋ ਮਨ ਅੰਦਰ ਪਿਆਰ, ਤ੍ਰਿਪਤੀ ਤਾਂ ਆਵੇਗੀ, ਰੱਜ ਤਾਂ ਆਵੇਗਾ ਜੇ ਸੱਚੇ ਨੂੰ ਮਿਲਾਂਗੇ। ਪਾਤਸ਼ਾਹ ਜੀ ਕਹਿ ਰਹੇ ਹਨ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਉ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ, ਪੂਰੇ ਨੂੰ ਤਾਂ ਪਾਵੇਂਗਾ ਜੇ ਪੂਰੇ ਦੇ ਚਰਨਾਂ ਵਿੱਚ ਆਵੇਂਗਾ, ਅਧੂਰੇ ਦੇ ਪੈਰਾਂ ਵਿੱਚ ਡਿੱਗੇਗਾ। ਪਾਤਸ਼ਾਹ ਜੀ ਕਹਿ ਰਹੇ ਹਨ, ਆਪ ਵੀ ਡੁੱਬੇਗਾ, ਚੇਤਾ ਰੱਖੀ ਆਪਣੇ ਪਰਿਵਾਰ ਸੰਗੀਆਂ ਸਾਥੀਆਂ ਨੂੰ ਲੈ ਕੇ ਵੀ ਡੁੱਬੇਗਾ। ਇਹ ਭਾਗਾਂ ਵਾਲਿਓ ਮੈਂ ਨਹੀਂ ਕਹਿ ਰਿਹਾ, ਸਤਿਗੁਰਾਂ ਦੀ ਬਾਣੀ ਕਹਿ ਰਹੀ ਹੈ, ਆਪ ਡੁੱਬਾ ਪਰਿਵਾਰ ਸਿਉ ਚੇਲੇ ਦੀਏ ਬਹਾਏ, ਅਧੂਰੇ ਦੇ ਪੈਰਾਂ ਵਿੱਚ ਜਾ ਕੇ ਡਿੱਗਾਂਗੇ, ਆਪ ਵੀ ਡੁੱਬਾਂਗੇ, ਆਪਣੇ ਚੇਲਿਆਂ ਸੰਗੀਆਂ ਸਾਥੀਆਂ ਨੂੰ ਵੀ ਲੈ ਕੇ ਡੁੱਬਾਂਗੇ। ਇਸ ਲਈ ਸਤਿਗੁਰਾਂ ਦੀ ਬਾਣੀ ਸਮਝਾ ਰਹੀ ਹੈ, ਸਿੱਖਾ ਪੂਰੇ ਗੁਰ ਕਾ ਸੁਨ ਉਪਦੇਸ਼, ਪੂਰੇ ਗੁਰੂ ਦੇ ਉਪਦੇਸ਼ ਨੂੰ ਭਾਵਨਾ ਦੇ ਨਾਲ, ਪਿਆਰ ਦੇ ਨਾਲ ਸੁਣ, ਮਨ ਅੰਦਰ ਟਿਕਾ ਲੈ। ਪਾਰ ਬ੍ਰਹਮ ਨਿਕਟ ਕਰ ਪੇਖ, ਪਾਰ ਬ੍ਰਹਮ ਅਕਾਲ ਪੁਰਖ ਪ੍ਰਮਾਤਮਾ ਨੂੰ ਆਪਣੇ ਨਿਕਟ, ਆਪਣੇ ਹਿਰਦੇ, ਆਪਣੇ ਅੰਦਰੋਂ ਤੱਕਣਾ ਕਰ। ਤੇਰੇ ਅੰਦਰ ਹੈ ਸਭ ਕੁਝ ਘਰ ਮੈਂ, ਬਾਹਰ ਨਾਹੀ ਬਾਹਰ ਟੋਲੇ ਸੋ ਭਰਮ ਭੁਲਾਹੀ, ਬਾਹਰ ਢੂੰਡੇਗਾ ਭਰਮਾਂ ਦੇ ਵਿੱਚ ਪੈ ਜਾਵੇਂਗਾ। ਇਸ ਲਈ ਪਾਤਸ਼ਾਹ ਜੀ ਕਹਿ ਰਹੇ ਹਨ, ਤ੍ਰਿਪਤੀ ਰੱਜ ਤਾਂ ਆਵੇਗਾ ਜੇ ਗੁਰੂ ਦੇ ਸੱਚ ਦੇ ਭੋਜਨ ਨੂੰ, ਗੁਰੂ ਕੇ ਉਪਦੇਸ਼ ਨੂੰ ਮਨ ਅੰਦਰ ਕਮਾਵੇਂਗਾ। ਮਨ ਤਨ ਰਸਨਾ ਨਾਮ ਤੇ ਆਇਆ, ਆਪਣੇ ਮਨ ਅਤੇ ਤਨ ਰਸਨਾ ਦੇ ਨਾਲ ਰੱਬ ਜੀ ਦੇ ਨਾਮ ਨੂੰ ਧਿਆਉਣਾ ਕੀਤਾ, ਰੱਬ ਜੀ ਦੇ ਨਾਮ ਨੂੰ ਜਪਣਾ ਕੀਤਾ। ਜੀਵਨ ਹਰ ਜੀਵਨ, ਪਾਤਸ਼ਾਹ ਜੀ ਕਹਿ ਰਹੇ ਹਨ, ਰੱਬ ਜੀ ਦਾ ਨਾਮ ਧਿਆਉਣ ਕਰਕੇ ਜਿਹੜਾ ਸੰਸਾਰਿਕ ਜੀਵਨ ਸੀ ਆਤਮਿਕ ਜੀਵਨ ਬਣ ਗਿਆ। ਇਸ ਜੀਵਨ ਦੀ ਬਾਜੀ ਨੂੰ ਜਿੱਤ ਲਿਆ। ਜੀਵਨਾ ਹਰ ਜੀਵਨਾ, ਅਸਲ ਦੇ ਵਿੱਚ ਜੀਵਨ ਉਹ ਹੈ ਜਿਹੜਾ ਗੁਰਮੁਖੋ ਰੱਬ ਜੀ ਦੀ ਬੰਦਗੀ ਵਿੱਚ ਗੁਜ਼ਾਰਿਆ ਜਾਵੇ, ਜਿਹੜਾ ਰੱਬ ਜੀ ਦੀ ਯਾਦ ਵਿੱਚ ਗੁਜ਼ਾਰਿਆ ਜਾਵੇ। ਸਵਾਸ ਉਤਨੇ ਕੁ ਲੇਖੇ ਵਿੱਚ ਪੈਣੇ ਨੇ ਜਿਤਨਾ ਸਮਾਂ ਰੱਬ ਜੀ ਦੀ ਬੰਦਗੀ ਕੀਤੀ, ਰੱਬ ਜੀ ਨੂੰ ਧਿਆਇਆ, ਰੱਬ ਜੀ ਨੂੰ ਜਪਿਆ, ਉਸ ਦੇ ਕਹੇ ਬੋਲਾਂ ਤੇ ਚੱਲੇ। ਇਸ ਲਈ ਪਾਤਸ਼ਾਹ ਜੀ ਕਹਿ ਰਹੇ ਹਨ, ਸਿੱਖਾ ਜੀਵਨ ਕਿਵੇਂ ਬਣੇਗਾ? ਜੀਵਨ ਹਰ ਜਪ ਸਾਧ ਸੰਗ, ਸਤਿਗੁਰਾਂ ਨੇ ਸਾਨੂੰ ਤਕਨੀਕ ਦੱਸ ਦਿੱਤੀ, ਜੀਵਨ ਤੇਰਾ ਕਿੱਥੇ ਆ ਕੇ ਬਣੇਗਾ। ਗੁਰੂ ਕੀ ਸੰਗਤ ਕਰ ਜੀਵਨ,
ਹਰ ਜਪ ਇਸ ਜੀਵਨ ਦੁਆਰਾ। ਜੇ ਜੀਵਨ ਦੇ ਪੱਧਰ ਨੂੰ, ਆਤਮਾ ਨੂੰ ਉੱਚਾ ਚੁੱਕਣਾ ਚਾਹਣਾ ਹੈ, ਮੱਤ ਉੱਚੀ ਚੁੱਕਣੀ ਚਾਹਣਾ ਹੈ, ਤੇ ਪਾਤਸ਼ਾਹ ਜੀ ਕਹਿ ਰਹੇ ਹਨ ਹਰ ਅਕਾਲ ਪੁਰਖ ਪਰਮਾਤਮਾ ਜਪ, ਉਸ ਦੇ ਨਾਮ ਨੂੰ ਜਪਣਾ ਕਰ। ਮਹਾਰਾਜ ਜਪੀਏ ਕਿੱਥੇ? ਪਾਤਸ਼ਾਹ ਜੀ ਕਹਿ ਰਹੇ ਹਨ ਸਾਧ ਸੰਗ, ਸੰਗਤ ਵਿੱਚ ਆ ਕੇ ਰੱਬ ਜੀ ਦੇ ਨਾਮ ਨੂੰ ਜਪ। ਸੰਗਤ ਵਿੱਚ ਆ ਕੇ ਕਰਤੇ ਦੀ ਵਡਿਆਈ ਕਰ। ਸੰਗਤ ਵਿੱਚ ਆ ਕੇ ਗੁਰਮੁਖੋ ਗੁਰੂ ਝੋਲੀਆਂ ਭਰ ਦਿੰਦਾ ਹੈ। ਸੰਗਤ ਵਿੱਚ ਆ ਕੇ ਸਾਨੂੰ ਮੰਗਣ ਦੀ ਜ਼ਰੂਰਤ ਨਹੀਂ, ਸੰਗਤ ਵਿੱਚ ਆ ਕੇ ਸਾਨੂੰ ਦੱਸਣ ਦੀ ਜ਼ਰੂਰਤ ਨਹੀਂ। ਸੰਗਤ ਵਿੱਚ ਆ ਕੇ ਗੁਰੂ ਦੀ ਸੁਣ, ਗੁਰੂ ਦੀ ਮੰਨ, ਗੁਰੂ ਤੇਰੀ ਜੀਵਨ ਜਾਂਚ ਨੂੰ ਸਵਾਰ ਦੇਵੇਗਾ। ਪਾਤਸ਼ਾਹ ਜੀ ਰਹਿਮਤ ਕਰਨ। ਗੁਰ ਹੁਕਮ ਦੇ ਸੰਖੇਪ ਜੀ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤਾਂ ਬਖਸ਼ਣਯੋਗ ਹੋ ਜੀ, ਬਖਸ਼ ਲੈਣਾ। ਵੱਧ ਤੋਂ ਵੱਧ ਸੰਗਤ